ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸੂਹੀ ਰਾਗ ਦੇ ਵਿੱਚ ਮਹੱਲੇ 5ਵੇਂ ਦੀ ਬਾਣੀ ਅੱਜ ਆਪਾਂ ਸ਼ੁਰੂ ਕਰਾਂਗੇ। ਕੱਲ ਆਪਾਂ ਮਹੱਲੇ 4 ਦੀ ਬਾਣੀ ਦੀ ਵਿਚਾਰ ਕੀਤੀ ਸੀ। ਸੂਹੀ ਰਾਗ ਦੇ ਵਿੱਚ ਅਸ਼ਟਪਦੀਆਂ। ਰਾਗ ਸੂਹੀ ਅਸ਼ਟਪਦੀਆ, ਮਹੱਲਾ 5ਵਾਂ, ਘਰ ਪਹਿਲਾ। ਮਹੱਲੇ 5ਵੇਂ ਦਾ ਸ਼ਬਦ ਹੈ ਅਸ਼ਟਪਦੀਆਂ ਸੂਹੀ ਰਾਗ ਦੇ ਵਿੱਚ। ਘਰ ਪਹਿਲਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਮਿਲਾਪ ਹੁੰਦਾ ਹੈ। ਰਹੋ ਪੰਕਤੀਆਂ ਨੇ। ਮੇਰੇ ਮਨ ਆਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ। ਕਿ ਮੇਰੇ ਮਨ ਜਿਹੜਾ ਪਰਮੇਸ਼ਰ ਹੈ, ਅਗਮ ਅਗੋਚਰ ਹੈ, ਉਸ ਨੂੰ ਕਿਵੇਂ ਪਾਇਆ ਜਾ ਸਕਦਾ ਹੈ? ਕਦੋਂ ਪ੍ਰਾਪਤ ਹੋਏਗਾ ਉਹ ਪੂਰਨ ਪਰਮੇਸ਼ਰ ਜੋ ਅਗਮ ਹੈ, ਅਗੋਚਰ ਹੈ? ਮੇਰੇ ਮਨ ਨੂੰ ਕਦੋਂ ਪ੍ਰਾਪਤ ਹੋਏਗਾ? ਕਿਉਂਕਿ ਕਿਸ ਨੂੰ ਮਿਲਣਾ ਹੈ? ਪਰਮੇਸ਼ਰ ਨੇ ਮਨ ਨੂੰ। ਮਨ ਪਰਮੇਸ਼ਰ ਨੂੰ ਮਿਲਣ ਦੇ ਵਾਸਤੇ ਸਾਨੂੰ ਆਪਣੇ ਮਨ ਦਾ ਗਿਆਨ ਲੈਣਾ ਹੁੰਦਾ ਹੈ। ਮਨ ਵੀ ਸਾਡਾ ਪ੍ਰਕਾਸ਼ ਰੂਪ ਹੈ। ਇਹ ਸਵਾਲ ਹੈ, ਰਹੋ ਪੰਕਤੀ ਹੈ, ਇਸ ਦੇ ਵਿੱਚ ਸਵਾਲ ਹੈ ਕਿਸੇ ਜੀਵ ਦੇ ਵੱਲੋਂ ਕਿ ਕਦੋਂ ਮੈਨੂੰ ਪ੍ਰਾਪਤ ਹੋਏਗਾ, ਕਿਵੇਂ ਪ੍ਰਾਪਤ ਹੋਏਗਾ? ਉਸ ਅਗਮ ਗੋਚਰ ਮੇਰੇ ਮਨ ਨੂੰ ਕਦੋਂ ਪ੍ਰਾਪਤੀ ਹੋਏਗੀ? ਇਹ ਸਵਾਲ ਹੈ। ਹੁਣ ਅਵਸਥਾ ਜਿਹੜੀ ਮਨ ਦੀ ਉਹ ਬਿਆਨ ਕੀਤੀ ਜਾ ਰਹੀ ਹੈ ਸ਼ਬਦ ਦੇ ਵਿੱਚ। ਉਸ ਜੀਵ ਦੇ ਵੱਲੋਂ ਜਿਸ ਜੀਵ ਨੇ ਇਹ ਸਵਾਲ ਕੀਤਾ ਹੈ ਪਹਿਲਾਂ ਕਿ ਮੇਰੇ ਮਨ ਆਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ। ਪੂਰਨ ਪਰਮੇਸ਼ਰ ਜੋ ਅਗਮ ਹੈ, ਅਗੋਚਰ ਹੈ, ਉਸ ਨੂੰ ਕਿਵੇਂ ਪਾ ਸਕਦੇ ਹਾਂ? ਕਦੋਂ ਪਾ ਸਕਦੇ ਹਾਂ? ਕਿਵੇਂ ਉਸ ਦੀ ਪ੍ਰਾਪਤੀ ਹੁੰਦੀ ਹੈ? ਜਿਸ ਨੇ ਇਹ ਸਵਾਲ ਕੀਤਾ ਹੈ ਉਹ ਆਪਣੇ ਅਵਸਥਾ ਮਨ ਦੀ ਬਿਆਨ ਕਰਦਾ ਹੈ। ਉਰਜ ਰਹਿਓ ਵਿਖਿਆ ਕੈ ਸੰਗਾ। ਕਿ ਮੈਂ ਉਰਜ ਰਿਹਾ ਹਾਂ, ਕਿਸ ਦੇ ਸੰਗੀ ਬਣ ਗਿਆ ਹਾਂ? ਵਿਖਿਆ। ਵਿਖਿਆ ਕੀ ਹੈ? ਤ੍ਰੈਗੁਣ ਮਾਇਆ। ਤ੍ਰੈਗੁਣ ਮਾਇਆ ਵਿਖਿਆ ਹੈ। ਮਨ ਦ੍ਰਿਸ਼ਟਮਾਨ ਨਾਲ ਲਿਪਟਿਆ ਹੈ। ਦ੍ਰਿਸ਼ਟਮਾਨ ਦੇ ਵਿੱਚ ਫਿਰ ਚੰਗੇ ਮਾੜੇ ਵੀ ਹੁੰਦੇ ਨੇ, ਪਰ ਹੈ ਸਾਰੀ ਇਹ ਮਾਇਆ ਹੀ। ਮਨੈ ਵਿਆਪਤ ਅਨੇਕ ਤਰੰਗਾ। ਮੇਰੇ ਮਨ ਦੇ ਵਿੱਚ ਅਨੇਕਾਂ ਤਰੰਗਾਂ ਮੇਰੇ ਮਨ ਨੂੰ ਵਿਆਪਦੀਆਂ ਨੇ, ਅਨੇਕਾਂ ਲਹਿਰਾਂ। ਕਾਹਦੀਆਂ? ਤ੍ਰੈਗੁਣੀ ਵਿਚਾਰਾਂ ਦੀਆਂ। ਕਦੇ ਵੈਰ ਵਿਰੋਧ, ਕਦੇ ਚਿੰਤਾ, ਕਦੇ ਪੁੰਨ ਦਾਨ। ਐਸੀਆਂ ਵਿਚਾਰਾਂ ਮੇਰੇ ਮਨ ਨੂੰ ਅਨੇਕਾਂ ਹੀ ਵਿਆਪਦੀਆਂ ਹਨ, ਕਿਉਂਕਿ ਮੈਂ ਤ੍ਰੈਗੁਣੀ ਵਿਖ ਦੇ ਵਿੱਚ, ਤ੍ਰੈਗੁਣ ਮਾਇਆ ਦੇ ਵਿੱਚ ਉਲਝਿਆ ਹੋਇਆ ਹਾਂ। ਮੋਹ ਮਗਨ ਮੈਂ ਰਿਹਾ ਵਿਆਪੇ। ਮੇਰਾ ਮਨ ਮੋਹ ਦੇ ਵਿੱਚ ਮਗਨ ਹੋਇਆ ਹੈ, ਵਿਆਪਿਆ ਹੋਇਆ ਹੈ, ਮਸਤ ਹੈ ਤ੍ਰੈਗੁਣੀ ਮਾਇਆ ਦੇ ਵਿੱਚ। ਆਤ ਤ੍ਰਿਸ਼ਨਾ ਕਬਹੁ ਨਹੀਂ ਤਰਾਪੇ। ਤੇ ਮੇਰੇ ਮਨ ਨੂੰ ਇੰਨੀ ਤ੍ਰਿਸ਼ਨਾ ਲੱਗੀ ਹੋਈ ਹੈ, ਆਤ ਦੀ ਤ੍ਰਿਸ਼ਨਾ ਹੈ। ਮਨ ਰੱਜਦਾ ਨਹੀਂ, ਮਨ ਤ੍ਰਿਪਤ ਨਹੀਂ ਹੁੰਦਾ, ਕਿਉਂਕਿ ਤ੍ਰਿਸ਼ਨਾ ਹੀ ਇੰਨੀ ਲੱਗੀ ਹੈ। ਮਾਇਆ ਦੀ, ਮੋਹ ਮਾਇਆ 'ਚ ਫਸਿਆ ਹੈ, ਤ੍ਰੈਗੁਣ ਮਾਇਆ ਦੇ ਵਿੱਚ ਫਸਿਆ ਹੈ, ਉਲਝਿਆ ਹੈ।
ਇਸ ਕਰਕੇ ਤ੍ਰਿਸ਼ਨਾ ਲੱਗੀ ਹੈ, ਤ੍ਰਿਪਤ ਨਹੀਂ ਹੁੰਦਾ। ਬਸੈ ਕ੍ਰੋਧ ਸਰੀਰ ਚੰਡਾਰਾ, ਤੇ ਮੇਰੇ ਸਰੀਰ ਦੇ ਵਿੱਚ, ਤਨ ਦੇ ਵਿੱਚ ਕ੍ਰੋਧ ਹੈ। ਮਨ ਕ੍ਰੋਧ ਦੇ ਸੰਗੀ ਬਣਿਆ ਹੋਇਆ ਹੈ। ਕ੍ਰੋਧ ਨੂੰ ਚੰਡਾਲ ਕਿਹਾ ਹੈ, ਕਿਉਂਕਿ ਜਦੋਂ ਕ੍ਰੋਧ ਹੁੰਦਾ ਹੈ, ਕ੍ਰੋਧ ਇੰਨਾ ਚੰਡਾਲ ਹੈ ਕਿ ਕੁਛ ਨਹੀਂ ਦੇਖਦਾ, ਆਪਣਾ ਪਰਾਇਆ ਵੀ ਨਹੀਂ ਦੇਖਦਾ ਹੁੰਦਾ। ਜਦੋਂ ਕ੍ਰੋਧ ਆਉਂਦਾ ਹੈ, ਕ੍ਰੋਧ ਦਾ ਕੋਈ ਮਿੱਤਰ ਨਹੀਂ ਹੁੰਦਾ, ਕ੍ਰੋਧ ਦਾ ਕੋਈ ਸਕਾ ਨਹੀਂ ਹੁੰਦਾ, ਕਿਉਂਕਿ ਰਿਸ਼ਤੇਦਾਰ ਜਿਹੜੇ ਰਿਸ਼ਤੇ ਨੇ ਸਾਡੇ ਤਨ ਕਰਕੇ ਨੇ। ਤੇ ਆਪਾਂ ਦੇਖਦੇ ਹਾਂ ਬਹੁਤ ਸਾਰੇ ਰਿਸ਼ਤੇ ਦੇਖਦੇ ਹਾਂ ਕਿ ਕੋਈ ਭਰਾ ਨੂੰ ਵੱਢ ਦਿੰਦਾ ਹੈ, ਮਾਰ ਦਿੰਦਾ ਹੈ, ਕਿਤੇ ਪੁੱਤਰ ਬਾਪ ਨੂੰ ਮਾਰ ਦਿੰਦਾ ਹੈ, ਕੋਈ ਸਕੇ ਹੀ ਦੂਜੇ ਨੂੰ ਮਾਰ ਦਿੰਦੇ ਹਨ, ਕਤਲ ਹੋ ਜਾਂਦੇ ਹਨ। ਤੇ ਆਪਾਂ ਦੇਖਦੇ ਹਾਂ ਕਿ ਇਸ ਬੰਦੇ ਨੇ, ਉਸ ਜੀਵ ਨੇ ਇਹ ਮਾਰ ਦਿੱਤਾ, ਭਰਾ ਨੇ ਭਰਾ ਮਾਰ ਦਿੱਤਾ। ਲੇਕਿਨ ਕਦੋਂ ਹੁੰਦਾ ਐਸਾ? ਜਦੋਂ ਕ੍ਰੋਧ ਦੇ ਵੱਸ ਹੁੰਦਾ ਹੈ ਜੀ। ਕ੍ਰੋਧ ਕਿਸੇ ਦਾ ਭਰਾ ਨਹੀਂ ਹੈ। ਜਦੋਂ ਕ੍ਰੋਧ, ਕਿਉਂਕਿ ਕ੍ਰੋਧ ਚੰਡਾਲ ਹੈ, ਉਹ ਸਰੀਰ 'ਚ ਵਸਦਾ ਹੈ। ਕਹਿੰਦੇ ਮੇਰੇ ਬਸੈ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨਾ ਸੂਝੈ ਮਹਾ ਗੁਬਾਰਾ। ਕਹਿੰਦੇ ਅਗਿਆਨਤਾ ਦੇ ਵਿੱਚ ਫਸਿਆ, ਮੈਨੂੰ ਸੋਝੀ ਨਹੀਂ ਹੈ, ਮੈਨੂੰ ਕੁਛ ਗਿਆਨ ਨਹੀਂ ਹੈ, ਕਿਉਂਕਿ ਮਹਾ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਹਾਂ। ਅਗਿਆਨਤਾ ਦਾ ਅੰਧੇਰਾ ਹੈ, ਇਸ ਕਰਕੇ ਮੈਨੂੰ ਸੋਝੀ ਨਹੀਂ ਹੈ ਕਿ ਕਿਵੇਂ ਨਿਕਲਣਾ ਹੈ। ਕਿਉਂਕਿ ਜਦ ਤੱਕ ਇਹਨਾਂ ਦੇ ਵਿੱਚ ਮਨ ਫਸਿਆ ਹੈ, ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਪਰ ਇੱਥੋਂ ਨਿਕਲਣ ਦਾ ਗਿਆਨ ਨਹੀਂ ਹੈ, ਅਗਿਆਨਤਾ ਦੇ ਵਿੱਚ ਹੈ, ਅੰਧੇਰੇ ਦੇ ਵਿੱਚ ਹਾਂ, ਮਹਾ ਅੰਧੇਰਾ ਹੈ। ਭਰਮਤ ਵਿਆਪਤ ਜਰੇ ਕਬਾਰਾ, ਭਰਮ ਦੇ ਵਿੱਚ ਫਸਿਆ ਹਾਂ, ਤੇ ਇਸ ਕਰਕੇ ਮੈਨੂੰ ਇੱਥੋਂ ਨਿਕਲਣ ਦਾ ਗਿਆਨ ਨਹੀਂ ਹੈ। ਇਹ 'ਚ ਮੈਂ ਸੜਦਾ ਹਾਂ, ਅਗਨ ਦੇ ਵਿੱਚ, ਮਾਇਆ ਦੀ ਅਗਨ ਦੇ ਵਿੱਚ ਸੜ ਰਿਹਾ ਹਾਂ। ਇੱਥੋਂ ਕਿਵੇਂ ਨਿਕਲਣਾ ਹੈ, ਮੈਨੂੰ ਗਿਆਨ ਨਹੀਂ ਹੈ। ਜਾਨ ਨਾ ਪਾਈਐ ਪ੍ਰਭ ਦਰਬਾਰਾ। ਇਸ ਕਰਕੇ ਮੈਨੂੰ ਪ੍ਰਭੂ ਦੇ ਦਰਬਾਰ ਦਾ ਭੇਤ ਨਹੀਂ ਹੈ। ਮੈਂ ਉਸ ਨੂੰ ਜਾਣ ਨਹੀਂ ਪਾਉਂਦਾ। ਕਿਉਂ ਨਹੀਂ ਜਾਣ ਪਾਉਂਦਾ? ਕਿਉਂਕਿ ਅਗਿਆਨਤਾ ਦੇ ਵਿੱਚ, ਅੰਧੇਰੇ ਦੇ ਵਿੱਚ ਹਾਂ, ਭਰਮ ਦੇ ਵਿੱਚ ਫਸਿਆ ਹੋਇਆ ਹਾਂ। ਤੇ ਜਿੱਥੇ ਮੈਂ ਫਸਿਆ, ਉਸ ਤੋਂ ਨਿਕਲਣ ਦਾ ਰਸਤਾ ਨਹੀਂ ਹੈ। ਤੇ ਮੋਹ ਮਾਇਆ ਦੇ ਵਿੱਚ ਫਸਿਆ ਹਾਂ, ਬਿਖ ਦੇ ਵਿੱਚ ਉਲਝਿਆ ਹਾਂ। ਆਸਾ ਆਦੇਸਾ ਬੰਦ ਪਰਾਨਾ। ਤੇ ਮਨ ਜਿਹੜਾ ਹੈ ਆਸ਼ਾ ਦੇ ਵਿੱਚ, ਆਸ਼ਾਵਾਂ ਦੇ ਵਿੱਚ, ਅੰਦੇਸਿਆਂ ਦੇ ਵਿੱਚ, ਹਰ ਸਵਾਸ ਇਹ ਫਸਿਆ ਰਹਿੰਦਾ ਹੈ। ਕਿਉਂਕਿ ਪ੍ਰਾਣਪਤ ਨੂੰ ਨਹੀਂ ਦੇਖਦਾ, ਇੰਨੇ ਆਸ਼ਾ ਅੰਦੇਸ਼ਾਂ ਦੇ ਵਿੱਚ ਫਸਿਆ ਹੋਇਆ ਹੈ, ਉਲਝਿਆ ਹੋਇਆ ਹੈ ਮਾਇਆ ਦੇ ਵਿੱਚ। ਮਹਿਲ ਨਾ ਪਾਵੈ ਫਿਰਤ ਬੇਗਾਨਾ। ਬੇਗਾਨੇ ਘਰ ਦੇ ਵਿੱਚ ਫਿਰ ਰਿਹਾ ਹਾਂ। ਇਹ ਸਾਰਾ ਮਾਇਆ ਦਾ ਦੇਸ਼ ਹੈ ਜਿੱਥੇ ਮੈਂ ਫਸਿਆ ਹਾਂ। ਮੈਨੂੰ ਮਹਿਲ ਦੀ ਪ੍ਰਾਪਤੀ ਨਹੀਂ ਹੁੰਦੀ, ਮੈਨੂੰ ਮਹਿਲ ਦੀ ਸੋਝੀ ਨਹੀਂ, ਮੈਨੂੰ ਉਸ ਦਰ ਦਾ ਭੇਤ ਨਹੀਂ, ਪ੍ਰਭੂ ਦੇ ਦਰਬਾਰ ਦਾ ਭੇਤ ਨਹੀਂ ਹੈ। ਸਗਲ ਵਿਆਦ ਕੈ ਵਸ ਕਰ ਦੀਨਾ। ਇੰਨਾ ਮਨ ਜਿਹੜਾ ਹੈ ਇਹਨਾਂ ਵਿਆਦਾਂ ਦੇ ਵਸ ਵਿੱਚ ਫਸਿਆ ਹੋਇਆ ਹੈ। ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਕਹਿੰਦੇ ਪਿਆਸ ਤਾਂ ਲੱਗੀ ਹੈ ਪ੍ਰਭੂ ਦੀ, ਪਿਆਸ ਲੱਗੀ ਹੈ, ਪਰ ਪਿਆਸ ਕੀ ਕਰੂ? ਜਿਵੇਂ ਮੱਛੀ ਤੜਫਦੀ ਹੈ ਪਾਣੀ ਤੋਂ ਬਿਨਾਂ, ਏਦਾਂ ਮੇਰੇ ਅੰਦਰ ਵੀ ਪਿਆਸ ਹੈ ਪਰਮੇਸ਼ਰ ਦੀ, ਪਰ ਮੈਂ ਨਿਕਲ ਨਹੀਂ ਸਕਦਾ, ਮੈਨੂੰ ਗਿਆਨ ਨਹੀਂ ਹੈ। ਕਿਉਂਕਿ ਫਸਿਆ ਹੀ ਇੱਥੇ ਹਾਂ ਕਿ ਮੈਂ ਉਸ ਪ੍ਰਭੂ ਨੂੰ ਮਿਲਣਾ ਚਾਹੁੰਦਾ ਹਾਂ, ਕਿਉਂਕਿ ਸਵਾਲ ਪਹਿਲਾਂ ਹੀ ਮਿਲਦਾ ਹੈ, ਪਰ ਨਿਕਲ ਨਹੀਂ ਸਕਦਾ। ਇਸ ਕਰਕੇ ਪਿਆਸਾ ਹਾਂ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਹੈ, ਏਦਾਂ ਮੇਰਾ ਵੀ ਮਨ ਪ੍ਰਭੂ ਨੂੰ ਮਿਲਣ ਦੇ ਵਾਸਤੇ ਤੜਪਦਾ ਹੈ।
कछु सियानप उकत ना मोरी। ते मेरी कोई अपनी सियानप नहीं चलती, मेरे को कोई सियानप नहीं है कि मैं इत्थों निकल सका। एक आसर ठाकर प्रभु तोरी। बस हुण हे प्रभु, हे ठाकुर, हे परमेश्वर, एक तेरी आस है मन दे विच कि तू मैनू कर सकता। हाँ, क्योंकि मैं इन्ना उलझिया हाँ, मेरी इच्छा है तैनू मिलण दी, महल दे विच वसन दी, पर मेरी कोई सियानप नहीं कि मैं इस दे विचों निकल सकां। इस करके तेरी आस रखी, तेरा आसरा रखा है, तेरी टेक रखी है मन दे विच। करो बेनती संतन पासे, मेल ले हो नानक अरदासे। ते मेरा समझाउंदे ने कि फिर की करो, बेनती करो किथे संतां दे कोल, क्योंकि संत बुलाउंदे हन। मेल ले हो नानक अरदासे, भी बेनती की करनी कि उस प्रभु दे नाल सानू भी मेल लिओ, क्योंकि संत उसनू मिले होंदे हन, संत उस दे विच वसदे हन। उत्थे बेनती करनी है, क्योंकि संत ही सानू इस दे विचों कढ सकदे हन, इस बंधना तो सानू निकल दा रस्ता दस सकदे हन। संत ही सानू उस दर दा भेद दे सकदे जिहड़ा प्रभु दा दर है, प्रभु दा दरबार है। वो महल जिहड़ा साडा है उसका भेद संत दिंदे हन। भयो कृपाल साध संग पाया, कहंदे परमेश्वर खुश होया, संतां दा संग बख्शिश कीता, साधु दा संग प्राप्त होया, नानक तृप्ते पूरा पाया। कहंदे फिर साधु दा संग होया, कृपा कीती परमेश्वर ने, फिर पूरे नू पा लिया। हुण मेरा मन तृप्त हो गया है, क्योंकि प्रभु नू पा के तृप्त हो गया है। पाया कि मैं प्रभु ने, इच्छा पैदा हुई। इच्छा क्यों जी पैदा हुई? इन्नी इच्छा जिवें मच्छी नू पानी दी चाहत हुंदी, पानी तो बिना जीवन नहीं है। ते अपनी अवस्था भी दसी, क्योंकि जब तक जीव कहता है मैं इदा पा लवांगा, मैं ये कर लवांगा, नहीं मिलिया जा सकता। इसे करके समझाया है कि आपां मालिक दे अगे बेनती करांगे, इच्छा करांगे। इच्छा मन दे विच बेनती ये नहीं हुंदी कि आपां कोई गल च पल्ला पा के हाथ जोड़ के अखां मीच के एक लम्मी अरदास करिए। ये तो किसी जीव वास्ते तो आप किसी तो मंगना होवे, किसी उसको अगे तो आपां नूं लोड़ पैंदी है, क्योंकि उसनूं बेचारे नूं की पता कि इसनूं की चाहिदा है। लेकिन परमेश्वर दे अगे ऐसी बेनती नहीं है। परमेश्वर दे अंदर अगे साडी इच्छा चलती है, साडे अंदर चाहत चलती है, जो साडे मन दे विच है उही अगे उसे नूं फल मिल लगता है। मूँह दा कहा उत्थे नहीं चलता, जो जी होए सो उगवै मूँह का कहा वाह, क्योंकि प्रभु बिन बोले जानता है। हाँ, साडे अंदर इच्छा की है वो परमेश्वर जानता है। इदां फिर रहो दूजा है कि किवें, क्योंकि सवाल सी पहले रहो दे विच मेरे मन आगम अगोचर कत पाइया पूर्ण परमेश्वर। हुण इत्थे दस दो भी किवें पाया है। भयो कृपाल साध संग पाया, भी कृपा हुई, साध दा संग होया ते पा लिया प्रभु नूं, नानक तृप्ते पूरा पाया। इस दूजे रहो दे विच उस सवाल दा फिर जवाब है। आओ अगला शब्द फिर राग सूही महला पंजवा। सूही राग दे विच महले पंजवें दा शब्द है कर दूजा, कर तीजा। एक ओंकार सतगुर प्रसाद।
सतगुर दी कृपा सदका एक निरंकार वाहिगुरू दा मिलाप, उसका ज्ञान। सिरहों पंक्तियां ने चरण कमल सरनाए नारायण, दीनानाथ भगत परायण। कि परमेश्वर दीना दा नाथ है, अपने भगतां नूं भगतां दी लाज रखता है, भगतां दी नाल प्यार करता है, भगतां दा मान रखता है। दीना ते गरीब निवाज है परमेश्वर। पर कदों जदों आपां उसदी शरण दे भी जाते हैं, उसके चरण कमलों चले जाते हैं, उसदी शरण में चले जाते हैं। नारायण दी चरण कमल सरनाए नारायण, कि उस नारायण दी शरण दे विच, उसके चरण कमलों दे विच जदों मन जुड़ जाता है, फिर वो सानू अपनी भगती दे विच लाउंदा है, फिर साडा आसरा बनता है। दीनानाथ भगत परायण। ये रहो पंक्तियां ने। मिथन मोह अगन शोक सागर, ये जरा संसार है ये मिथ्या है। ये तो सब कुछ मिथ्या है। मिथ्या तन तन कुटुंब सवाया, मिथ्या होम ममता माया, मिथ्या राज जोबन धन माल, मिथ्या काम क्रोध विकराल, मिथ्या रथ हस्ती अस वस्त्रा, मिथ्या रंग संग माया पेख हस्ता, मिथ्या त्रोह मोह अभिमान, मिथ्या आपस ऊपर करत गुमान। सब मिथ्या है। अस्थिर भगत साध की सरन, जप जप जीवै नानक हर के चरण। हरि दे चरणां नूं जप के जीवना ते साधु दे शरण दे विच यही सच है, यही निश्चल है। उस तो बिना सब झूठ है, मिथ्या है। ये अगन जिहड़ी है, ये संसार दुखां दा सागर है, शोक दा सागर है, मोह सब कुछ। कर कृपा उधर हर ना कर। हाँ, परमेश्वर जिहड़ा है वो अपने भगतां नूं इसदे विचों कढ लैंदा है, वो अपने भगतां नूं दा उधार कर लैंदा है। आप कृपा करके इसदे विचों सानू कढ लैंदा है। अनाथानाथ भगत पै मेटन। परमेश्वर क्योंकि अपने भगतां दा आसरा है, अनाथां दा नाथ है, जिन्हां नूं होर कोई आसरा नहीं है, जिन्हां नूं जिहड़े किसी होर नूं अपना परमेश्वर नहीं मानते, जां परमेश्वर तो विछड़ के जिहड़े अपने आप नूं अनाथ समझदे हन। सब कुछ होंदे भी परमेश्वर तो बिना जिहड़े जीव कहते कि असीं तां अनाथ हाँ, उन्हां अनाथां दा फिर नाथ परमेश्वर है। ते वो फिर अपने भगतां दे डर नूं खत्म कर देंदा है, भै नूं मेट देंदा है, अपनी भगती चलाउंदा है ते भगतां दे डर नूं खत्म कर देंदा है। साध संग जमदूत न भेटन। किवें करदा है कि अपने जना दा, अपने साधु जना दा संग बख्शिश करता है, साधु जना द्वारा अपनी भगती का ज्ञान देंदा है, ते फिर सानू जमदूत भेट नहीं होंदी। जमदूत साडे नेड़े नहीं आ सकते। साडा जिहड़ा जमा दा डर खत्म हो जाता है, क्योंकि जदों कमाउंदे हाँ जम मार्ग साडा बंद हो जाता। ये पासे दा जिहड़ा मार्ग है जम मार्ग है, ये रास्ता साडा बंद हो जाता है, क्योंकि ये दृष्टि इस पासे आ जाती है। जीवन रूप अनूप दयाला। फिर साडा वो जीवन हो जाता है जिथे साडा रूप प्रगट हो जाता है, प्रकाश रूप प्रगट हो जाता है।
ਜਿੱਥੇ ਸਾਡਾ ਬਹੁਤ ਸੁੰਦਰ ਰੂਪ ਪ੍ਰਗਟ ਹੋ ਜਾਂਦਾ ਹੈ। ਕਿਉਂਕਿ ਜਦੋਂ ਮਨ ਨਿਰਮਲ ਹੋ ਜਾਂਦਾ ਹੈ, ਮਨ ਆਪਣੇ ਸਰੂਪ ਨੂੰ ਪਹਿਚਾਣ ਲੈਂਦਾ ਹੈ, ਤੇ ਫਿਰ ਸਾਨੂੰ ਪਰਮੇਸ਼ਰ ਦੀ ਪਹਿਚਾਣ ਹੁੰਦੀ ਹੈ, ਉਸ ਦਿਆਲੂ ਦੀ ਪਹਿਚਾਣ ਹੁੰਦੀ, ਕਿਰਪਾਲੂ ਦੀ ਪਹਿਚਾਣ ਹੁੰਦੀ ਹੈ। ਕਿਉਂਕਿ ਉਹ ਵੀ ਅਨੂਪ ਹੈ, ਉਹ ਵੀ ਬਹੁਤ ਨਿਰਮਲ ਹੈ। ਪਰ ਜਦ ਤੱਕ ਮਨ ਨਿਰਮਲ ਨਹੀਂ ਹੁੰਦਾ, ਸਾਨੂੰ ਉਸ ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ। ਤੇ ਜਿਹੜੇ ਫਿਰ ਉਸ ਨੂੰ ਲੋਚਦੇ ਹਨ, ਜਿਹੜੇ ਫਿਰ ਉਸ ਪ੍ਰਭੂ ਦੇ, ਜਿਨ੍ਹਾਂ ਦੇ ਅੰਦਰ ਇੱਛਾ ਹੈ, ਜਿਹੜੇ ਆਪਣੇ ਆਪ ਨੂੰ ਉਸ ਪਰਮੇਸ਼ਰ ਤੋਂ ਬਿਨਾਂ ਅਨਾਥ ਸਮਝਦੇ ਹਨ, ਉਹਨਾਂ ਨੂੰ ਫਿਰ ਆਪ ਉਧਾਰਦਾ ਹੈ, ਉਹਨਾਂ ਨੂੰ ਫਿਰ ਆਪਣਾ ਰੂਪ ਦਿਖਾਉਂਦਾ ਹੈ। ਰਾਵਣ ਗੁਣਾ ਘਟੀਆ ਜਮ ਜਾਲਾ। ਜਿਹੜੇ ਜੀਵ ਉਸ ਨੂੰ ਜਾਣਦੇ ਹਨ, ਸਾਧੂ ਜਨ, ਉਹ ਸਾਨੂੰ ਗੁਣ ਦੱਸਦੇ ਨੇ ਉਸ ਪਰਮੇਸ਼ਰ ਦੇ। ਉਸ ਦੇ ਗੁਣਾਂ ਨੂੰ ਰਵਣ ਦੇ ਨਾਲ ਜਮਾਂ ਦਾ ਜਾਲ ਕੱਟਿਆ ਜਾਂਦਾ ਹੈ, ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਅੰਮ੍ਰਿਤ ਨਾਮ ਰਸਨ ਨਿਤ ਜਾਪੈ। ਜਿਹੜੇ ਉਸ ਪ੍ਰਭੂ ਨੂੰ ਪਾ ਲੈਂਦੇ ਹਨ, ਉਸ ਦੇ ਦਰਸ਼ਨ ਕਰਦੇ ਹਨ, ਉਹ ਹੀ ਫਿਰ ਰਸਨਾ ਦੁਆਰਾ ਉਸ ਦਾ ਭੇਦ ਦਿੰਦੇ ਨੇ ਕਿ ਕਿਵੇਂ ਆਪਾਂ ਉਸ ਦੇ ਦਰਸ਼ਨ ਕਰਨੇ ਹਨ। ਰੋਗ ਰੂਪ ਮਾਇਆ ਨਾ ਵਿਆਪੈ। ਜਿਨ੍ਹਾਂ ਨੂੰ ਮਹਾਰਾਜ ਸਮਝਾਉਂਦੇ ਨੇ, ਇਹ ਜਿਹੜਾ ਮਾਇਆ ਹੈ, ਇਹ ਤ੍ਰੈ ਗੁਣ ਰੋਗ ਹੈ, ਜਿਹੜਾ ਤ੍ਰੈ ਗੁਣਾਂ ਦਾ, ਇਹ ਉਹਨਾਂ ਨੂੰ ਵਿਆਪਦਾ ਨਹੀਂ ਹੈ। ਕਿਉਂਕਿ ਜਿਹੜੇ ਆਪ ਹੀ ਫਸੇ ਹਨ ਉਸ ਦੇ ਵਿੱਚ, ਉਹ ਦੂਜੇ ਨੂੰ ਕਿਵੇਂ ਨਿਕਲਣ ਦਾ ਤਰੀਕਾ ਦੱਸ ਸਕਦੇ ਹਨ। ਜਿਹੜਾ ਰਸਨਾ ਦੁਆਰਾ ਉਸ ਪਰਮੇਸ਼ਰ ਦਾ ਗਿਆਨ ਦੇਣਾ ਹੈ, ਤਾਂ ਹੀ ਦਿੰਦੇ ਨੇ ਜੇ ਆਪ ਨਿਕਲੇ ਹਨ, ਆਪ ਪਰਮੇਸ਼ਰ ਦੇ ਦਰਸ਼ਨ ਕਰਦੇ ਹਨ। ਉਹਨਾਂ ਨੂੰ ਇਹ ਰੋਗ ਜਿਹੜਾ ਹੈ, ਤ੍ਰੈ ਗੁਣ ਮਾਇਆ ਦਾ ਜਿਹੜਾ ਰੋਗ ਹੈ, ਤ੍ਰੈ ਗੁਣ ਮਾਇਆ, ਜਿਹਦੇ ਵਿੱਚ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਉਹਨਾਂ ਨੂੰ ਵਿਆਪਦਾ ਨਹੀਂ ਹੈ। ਉਹ ਚੌਥੇ ਪਦ ਦੇ ਵਿੱਚ ਤਿਆਰ ਹੋਣ ਕਰਕੇ ਇਸ ਤੋਂ ਉਹ ਮੁਕਤ ਹੁੰਦੇ ਹਨ। ਜਪ ਗੋਬਿੰਦ ਸੰਗੀ ਸਭ ਤਾਰੇ। ਉਹ ਫਿਰ ਜੀਵ ਜਿਹੜੇ ਆਪ ਮੁਕਤ ਨੇ, ਉਹ ਪਰਮੇਸ਼ਰ ਦਾ, ਉਹ ਗੋਬਿੰਦ ਦਾ ਗਿਆਨ ਦੇ ਕੇ, ਗੁਰ ਦਾ ਗਿਆਨ ਦੇ ਕੇ, ਫਿਰ ਆਪਣੇ ਸੰਗੀਆਂ ਨੂੰ ਵੀ ਤਾਰ ਦਿੰਦੇ ਹਨ। ਜਿਹੜੇ ਉਹਨਾਂ ਦਾ ਸੰਗ ਕਰਦੇ ਨੇ, ਸਭ ਸੰਗੀ ਵੀ ਤਰ ਜਾਂਦੇ ਨੇ। ਕਿਉਂਕਿ ਉਹ ਕਿਵੇਂ ਤਾਰਦੇ ਨੇ? ਗੁਰ ਦਾ ਗਿਆਨ ਦਿੰਦੇ ਨੇ, ਜੁਗਤ ਦਿੰਦੇ ਨੇ, ਗਿਆਨ ਦਾ ਸੁਰਮਾ ਨੇਤਰਾਂ ਚ ਪਾਉਂਦੇ ਹਨ। ਬਹੁਤ ਨਾ ਹੀ ਪੰਜ ਬਟਵਾਰੇ। ਉਹਨਾਂ ਨੂੰ ਇਹ ਜਿਹੜੇ ਪੰਜ ਬਟਵਾਰੇ ਨੇ, ਪੰਜ ਚੋਰ ਨੇ, ਇਹ ਉਹਨਾਂ ਨੂੰ ਪੋਹ ਨਹੀਂ ਸਕਦੇ। ਕਿਉਂਕਿ ਇਹ ਤ੍ਰੈ ਗੁਣਾਂ ਦੇ ਵਿੱਚ ਹੁੰਦੇ ਨੇ ਜਿਹੜੇ ਪੰਜ ਨੇ, ਤੇ ਮਨ ਚੌਥੇ ਪਦ ਦਾ ਵਾਸੀ ਹੋ ਜਾਂਦਾ ਹੈ, ਤ੍ਰੈ ਗੁਣਾਂ ਤੋਂ ਨਿਰਲੇਪ ਹੋ ਜਾਂਦਾ ਹੈ। ਇਸ ਕਰਕੇ ਇਹ ਪੋਹ ਨਹੀਂ ਸਕਦੇ ਉਸ ਨੂੰ। ਮਨ ਬਚ ਕਰਮ ਪ੍ਰਭ ਏਕ ਧਿਆਏ। ਮਨ ਕਰਕੇ, ਬਚਨ ਕਰਕੇ, ਤੇ ਉਸ ਕਰਮ ਨੂੰ ਬਣਾ ਕੇ। ਕਿਉਂਕਿ ਜਿਹੜੇ ਪ੍ਰਭੂ ਨੂੰ ਧਿਆਉਂਦੇ ਨੇ, ਉਹ ਸਾਨੂੰ ਬਚਨ ਦਿੰਦੇ ਨੇ, ਪਰ ਕਰਨਾ ਕਿਸ ਨੇ ਹੈ? ਮਨ ਨੇ। ਮਨ ਦੀ ਭਗਤੀ ਹੈ। ਜਿਹੜੇ ਪ੍ਰਭੂ ਨੂੰ ਧਿਆਉਂਦੇ ਹਨ, ਆਪ ਧਿਆਉਂਦੇ ਹਨ, ਉਹ ਫਿਰ ਸਾਨੂੰ ਗਿਆਨ ਦਿੰਦੇ ਨੇ, ਸਰਬ ਫਲਾ ਸੋਈ ਜਨ ਪਾਏ। ਉਸੇ ਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ ਜਿਹੜੇ ਮਨ, ਬਚਨ ਤੇ ਕਰਮ ਕਰਕੇ। ਮਨ ਗਿਆਨ ਲੈਂਦਾ ਹੈ, ਬਚਨ ਲੈਂਦਾ ਹੈ, ਫਿਰ ਉਸ ਨੂੰ ਕਮਾਉਂਦਾ ਹੈ, ਇੱਕ ਪ੍ਰਭੂ ਨੂੰ ਧਿਆਉਂਦਾ ਹੈ, ਉਹ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਧਾਰ ਅਨਗ੍ਰਹ ਆਪਣਾ ਪ੍ਰਭ ਕੀਨਾ। ਜਿਨ੍ਹਾਂ ਨੂੰ ਪ੍ਰਭੂ ਆਪਣਾ ਕਰ ਲੈਂਦਾ, ਆਪਣਾ ਬਣਾ ਲੈਂਦਾ, ਜਿਨ੍ਹਾਂ ਤੇ ਆਪ ਕਿਰਪਾ ਕਰਦਾ ਹੈ, ਆਪਣੇ ਘਰ ਵਿੱਚ ਵਸਾ ਲੈਂਦਾ ਹੈ, ਆਪਣਾ ਬਣਾ ਲੈਂਦਾ ਹੈ। ਕੇਵਲ ਨਾਮ ਭਗਤ ਰਸ ਦੀਨਾ। ਫਿਰ ਉਹਨਾਂ ਨੂੰ ਆਪ ਪਰਮੇਸ਼ਰ ਆਪਣੀ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਨਾਮ ਰਸ ਦੀ
बख्शिश करता है, आप बख्शिश करता है। आद मद अंत प्रभ सोई, फिर प्रगट हो जाता है वो मालक जिहड़ा आदि तो है, अज भी है, ते अंत समय फिर वो साडी सहायता करता। जां आपां कह लईए जिहड़ा माता दे गर्भ विच साडी सहायता करता है इस जन्म दे विच, ते इत्थे भी असीं सानू प्रगट हो जाता है। इत्थे भी आप है पालनहार, माता दे गर्भ दे विच भी आप पालदा सी। जिथे कोई साडी नहीं रख सकदा, तिथे तू समर्थ, जिथे कोई ना है उथे तेरी रख अग्नि उदर माहे। ते अंत समय फिर जिस सानू सब ने साथ छड़ जाना है, फिर वही रखण वाला है। वो परमेश्वर का मिलाप जदों हो जाता है, किन्ना तक कृपा करता है अपने भगतां ते जिहड़े उसनूं लोचदे हन। नानक तिस बिन अवर ना कोई। वो देखते हैं, वो दसते हैं कि हुण दूजा है ही कोई नहीं इत्थे। वो परमेश्वर प्रगट हो जाता है जिहड़ा आदि तो है, अज भी है, ते अंत समय भी रहण वाला है, ते सानू माता दे गर्भ च भी पालदा है, हुण भी पालनहार है, ते अंत समय भी साडी रखिया करता है। वही सानू पालनहार है, वही सारे संसार नू पैदा करने वाला है। फिर सारे पासे वही है, उसे दा खेल है। पर कदों जदों सानू इस अगन सागर दे विचों आप कृपा करके कढ लैंदा है, तार लैंदा है। किन्हां नू तारदा है? जिहड़े उस प्रभु नू लोचदे हन, जिहड़े उहदी शरण विच नू लोचदे हन। चरण सर कमल सरन नारायण, दीनानाथ भगत प्र। सो आओ हुण आपां नाल समझिए, अभ्यास करिए। शब्द अगला विचारना शुरू कर देता, समा हो ज़्यादा हो जाएगा। सो आओ हुण आपां नाल नाल वो समझिए कि आपां करना की है। जिहड़ा ये संसार है, त्रै गुण माया है, क्योंकि इसके विचों सानू ज्ञान नहीं जीवन नू कि परमेश्वर, क्योंकि अज तो आपां देखते हाँ, ते अज तो यही कहा जाता है कि रब नहीं है कुछ भी, एक लोकां नू डराउण दे वास्ते है। ते कई कहंदे ने कि एक गोरख धंधा बन चुकिया है रब दे नां ते। बेशक इहदे विच कोई शक नहीं कि लोगों ने इसनूं व्यापार बनाया है, एक धंधा बनाया है। पर जिन्हां ने सानू ये ज्ञान बख्शिश किया, उन्हां ने इसनूं धंधा नहीं सी बनाया, उन्हां ने हुक्म सी परमेश्वर दा। उन्हां ने अपना फर्ज निभाया है, सानू ज्ञान बख्शिश किया है। ते उन्हां सिर्फ सानू ज्ञान ही नहीं देता, जो दस्या उसते आप प्रैक्टिकल किया, अपने उत्ते हंडाया है, अपने जीवन दे विच कमाया है। भगतां ने, गुरसिखां ने, गुरु साहिबानां ने। इस करके ये सारा प्रैक्टिकल ही है, गुरसिखां दा जीवन है, ते जिसनूं आपां भी प्रैक्टिकल कर सकते हैं। सानू इस करके लिख के देता है कि जीव पढ़ के, समझ के, कमा के अपने जीवन नूं सफल कर सकन। इस वास्ते नहीं कि इसनूं धंधा बना के एक कमाई का साधन बनाया जाए, जिमें अज हो रहा है। की करना है? सानू समझाया है कि जिहड़ा मन है
तन है, तन दे विच परमेश्वर ने जोत रखी है, तां यह संसार दे विच आया है। इस शरीरा मेरे हर तू मैं जोत रखी, तां तू जग में आया। ते शरीर दे विच जोत है, ते नेत्रां दे विच ए नेत्रो मेरे हर तू मैं जोत धरी। हर बिना वरना देखो कोई। हुण नेत्रां दे विच जोत है। साडे नेत्रां नूं गुरबाणी दे विच सूरज ते चंद्रमा दा नाम दिता है। एक नेत्र सूरज है, सज्जा नेत्र सूरज है, खब्बा चंद्रमा है। दोनों दे विच जोत है। चंद सूरज दोए जोत स्वरूप, ज्योति अंदर ब्रह्म अनूप। ये दोनों जोतां दे विच ब्रह्म अनूप है। पर कदों ये ब्रह्म प्रगट होएगा, वो कदों सानू सुंदर रूप प्रगट होएगा, जदों आपां इन्हां नूं दोनां नूं एक कर लवांगे। कर रहे ज्ञानी ब्रह्म विचार, ज्योति अंतर तरिया पसार। हुण जोत है, जोत दे विच ही पसारा है परमेश्वर दा। जदों आपां जोत नूं पहचान लवांगे, जात मैं जोत, जोत मैं जाता, अकल कला भरपूर है। हुण आपां की करना है, आपां अपनी जोत नूं एक करना है। दोनां नेत्रां नूं, दोनां नेत्रां दे विच जिहड़ी जोत है उसनूं एक जोत करना है। एक जोत करना की है कि जिहड़ा ये सज्जी दृष्टि है साडी, सज्जी दृष्टि नूं आपां खब्बे पासे लैके आउणा है। सूरज नूं चंद्रमा वाले पासे लैके आउणा है। ते की होएगा जदों सूरज, सानू किवें पता लगेगा कि सूरज चंद्रमा वाले पासे आ गया? एक दृष्ट हो जाएंगे, उत्थे सानू फिर अपना नख नज़र नहीं आएगा। आपां अपनी दृष्टि नूं इस पॉइंट ते फोकस करना हुंदा है, फोकस करके देखना हुंदा है कि असीं दो जोतां दे विच हां कि एक जोत हां। जे इत्थे देखण दे नाल, फोकस करन दे नाल दृष्टि सानू नख दिसदा है, तां आपां दो दृष्टि च हां। जे नक नहीं दिसदा, एक दृष्ट हां। जे दिसदा है फिर आपां ये देखना हुंदा किस पासों दिसदा है, क्योंकि जिस पासे साडा ध्यान ज़्यादा होएगा उस पासे सानू नक दिसेगा। जे ध्यान सज्जे ज़्यादा होएगा इस पासे दिसेगा नक, सिर्फ इस पासों नजर आएगा। जे ध्यान खब्बे ज़्यादा होएगा सिर्फ खब्बे पासों नजर आएगा। जे ध्यान विचाले होएगा तो सानू दोनों पासे तो नजर आएगा। एक दृष्ट होवांगे नक नजर नहीं आएगा। जुगत लैके कमा के देखांगे प्रकाश रूप हो जाएगा। इहदा सानू आपे दी सोची आउंदी है। फिर ही मन इन्हां जिन्हों आपां पढ़ के आए, विचार के आए हाँ, आसा अंदेसा बंद पराना, महल ना पावे फिर तो बेगाना। क्योंकि महल नूं जाण दा रस्ता इधर नूं है, लेकिन साडा ध्यान आशावां आदेशां दे विच होण करके अपने महल नूं प्राप्त नहीं करता। सो उस महल विच किवें जाना है, वो दर किहड़ा है? इत्थों परमेश्वर दा दर शुरू हो जाता है। जान ना पाइए प्रभु दरबारा, कि प्रभु दे दरबार दा भेत नहीं कि प्रभु दा दरबार है किथे है, किवें जाना है उस दे विच। वो दर है जितों सानू सारियां नूं सवास देंदा है। सो दर कहा सो कर कहा, जित बै सर्ब संभाले। किवें संभालदा है? सबसे नो कृपाल संभाले साहे साहे। आपे करता कर कर देखे देंदा सास कराहा है। जितों सवास आउंदा है ये परमेश्वर दा दरबार है, दर है। आपां इस पॉइंट ते पहला ध्यान ला के अपने आप नूं परखना हुंदा है। ये देखना हुंदा है कि असीं एक दृष्ट हाँ कि दो दृष्ट हाँ। जिवें आपां विचार के आए हाँ, की करना है वो आपां थोड़ा समझिए। पहला इस पॉइंट ते ध्यान ला के देखांगे कि नक नज़र आउंदा कि नहीं आउंदा। जे नज़र आउंदा किस पासे आउंदा, सज्जे खब्बे या दोनों पासे तो। इत्थों फिर मैं आप जी नूं आवाज़ देवांगा कि ध्यान सामने लैके आओ।
इत्थों आपां प्रवेश करना है, सामने लै जाना ध्यान। इत्थों फिर मैं आप जी नूं आवाज़ देवांगा कि ध्यान मस्तक दे सामने लै जाओ। आपां की करना है, पलकां उत्ते चुकनियां ने। फिर मैं जदों कवांगा ध्यान सामने, फिर वापस सामने लैके आना है। फिर जदों कवांगा नक ते सम करके, फिर इस पॉइंट ते दृष्टि फोकस करके अपने आप नूं देखना है। जदों आपां एक दृष्ट हो जावांगे, उहदी निशानी की होएगी, सानू अपना नक नज़र नहीं आएगा। ये पासा साडा बंद हो जाएगा। इस पासे सानू जे आएगा, इस पासे एक हल्की परछाई जी नजर आएगी, क्योंकि दृष्टि ने इस पासे आना है। आओ करके देखिए। आओ अपनी दृष्टि नूं नक ते फोकस करके अपने आप नूं देखिए। पहचानिए कि असीं एक दृष्ट हाँ कि दो दृष्ट हाँ। नक दिसता है या नहीं दिसता, जे दिसता किस पासे दिसता, सज्जे खब्बे या दोनों पासे। तो आओ देखिए। सामने लेके आइए ध्यान, सामने देखिए। मस्तक दे सामने लै जो ध्यान, पलकां उत्ते चुको। फिर सामने लेके आइए ध्यान, सामने देखिए। फिर नक ते सम करके देखिए। फिर नक ते फोकस करके दृष्टि नूं देखिए अपने आप नूं। देखना है हुण, जे किसे नक दिसदा सी पहला, हुण दिसनों हट गया, क्योंकि जदों एक दृष्ट हो गए, सानू अपना नक नज़र नहीं आएगा। इस पासे हल्का जा सकता है, खब्बे पासे ये रास्ता बंद हो जाएगा। ये जमदूत मार्ग है इधर, ये साडा रास्ता बंद हो जाएगा। नीचे ले जाइए ध्यान। नीचे जो भी कपड़ा वगैरह विछा, उस थोड़ा ऊपर आप देखांगे। बिल्कुल रिलैक्स देखना है, जोर नहीं लगाना, कोई एक बिंदु नहीं देखना। चादर के उत्ते पूरा ध्यान खुला छड्डना, नॉर्मल जिवें आपां आम देखते हाँ। इत्थे सानू प्रकाश अनुभव होना शुरू हो जाएगा। सानू एक पानी दी लहरां की तरह प्रकाश की हलचल अनुभव होनी शुरू होएगी।
और फिर सम करके देखिए अपने आप ਨੂੰ, दृष्टि सम करके अपने आप ਨੂੰ देखिए। फिर नीचे ले जाइए ध्यान। फिर सम करके अपने आप ਨੂੰ देखिए, दृष्टि सम करके अपने आप ਨੂੰ देखिए। नीचे ले जाइए ध्यान।
सामने लेके आइए, ध्यान सामने देखिए। मस्तक दे सामने लै जो, ध्यान पलकां उत्ते चुक दो। फिर सामने लेके आइए, ध्यान।
नीचे लै जाइए ध्यान। सम करके अपने आप को देखिए, दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो इस तरीके दे नाल प्यारिओ आपां अपने आप नूं पहचानना है, ते जदों आपां गुर दे ज्ञान द्वारा देख लैंदे हां फिर हर भाग सानूं प्रगट हो जाता है, क्योंकि गुर दे ज्ञान द्वारा ही साडे भरम दूर होंदा है। ते एक दृष्ट हो के असी अपने आप नूं पहचानना है। जदों आपे दी पहचान हो जाती है तो सारे सानूं मालिक दी पहचान हो जाती है, क्योंकि आप उस दे विच वसते हाँ, वो साडे च वसदा है। जब तक ज्ञान नहीं आप दूर हाँ, जदों ज्ञान हो गया, परम दा पर्दा पासे हो गया, तो आप उस दे विच वसते, वो साडे च वसदा है। इन्निक विचार करते हाँ, बहुत सारियां भुल्लां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।